ਹੈਲੋ एवरीवन, मैं हाँ प्रोफैसर रजनी। मैं ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਨਿਊ YouTube ਚੈਨਲ ਗਰੋ ਵਿਦ ਗ੍ਰੈਟੀਟਿਊਡ ਦੇ ਵਿੱਚ। ਸੋ ਅੱਜ ਅਸੀਂ ਡਿਸਕਸ ਕਰਾਂਗੇ ਕੁਝ ਫੈਕਟਸ ਜੋ ਇੰਡੀਆ ਦੇ ਬਾਰੇ ਆ, ਇੰਡੀਅਨ ਸਿਟੀਜ਼ਨਸ ਦੇ ਬਾਰੇ ਆ, ਕੁਝ ਮੋਸਟ ਇੰਪੋਰਟੈਂਟ ਤੁਸੀਂ ਕਹਿ ਸਕਦੇ ਹੋ ਪਰਸਨਸ ਦੇ ਬਾਰੇ ਆ, ਮੋਸਟ ਇੰਪੋਰਟੈਂਟ ਪਲੇਸਿਸ, ਸਾਡੇ ਨੈਸ਼ਨਲ ਬਰਡਸ, ਨੈਸ਼ਨਲ ਫਲਾਵਰ, ਨੈਸ਼ਨਲ ਫਰੂਟ ਦੇ ਬਾਰੇ ਆ ਜੋ ਅਕਸਰ ਜਿਹੜਾ ਹੈ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਪੁੱਛ ਲਏ ਜਾਂਦੇ ਆ। ਸੋ ਅਸੀਂ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਸਟਾਰਟ ਕਰਦੇ ਹਾਂ। ਸੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਨੇਸ਼ਨ ਦਾ ਨਾਮ ਹੈ ਇੰਡੀਆ। ਸੋ ਇੰਡੀਆ ਨੂੰ ਦੋ ਨਾਮਾਂ ਨਾਲ ਓਫੀਸ਼ਲੀ ਜਾਣਿਆ ਜਾਂਦਾ ਹੈ, ਇੰਡੀਆ ਅਤੇ ਭਾਰਤ। ਅਗਰ ਤੁਹਾਨੂੰ ਕੋਈ ਵੀ ਕਹਿ ਦਿੰਦਾ ਹੈ ਕਿ ਇੰਡੀਆ ਨੂੰ ਹਿੰਦੁਸਤਾਨ ਵੀ ਬੋਲਿਆ ਜਾਂਦਾ ਸੀ, ਇੰਡੀਆ ਦੇ ਹੋਰ ਕਈ ਤਰ੍ਹਾਂ ਦੇ ਨਾਮ ਜੋ ਹਿਸਟਰੀ ਦੇ ਵਿੱਚ ਅਸੀਂ ਪੜ੍ਹਦੇ ਹਾਂ, ਅਤੇ ਉਹ ਜਿਹੜੇ ਅੱਜ ਦੇ ਟਾਈਮ 'ਚ ਲਾਗੂ ਨਹੀਂ ਹੁੰਦੇ। ਅੱਜ ਦੇ ਟਾਈਮ ਦੇ ਵਿੱਚ ਸਿਰਫ ਦੋ ਹੀ ਨਾਮ ਨੂੰ ਓਫੀਸ਼ੀਅਲ ਨੇਮ ਮੰਨਿਆ ਜਾਂਦਾ ਹੈ, ਇੱਕ ਤਾਂ ਹੈ ਇੰਡੀਆ ਅਤੇ ਇੱਕ ਹੈ ਭਾਰਤ। ਸੋ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਕਿਹੜਾ ਕੌਂਟੀਨੈਂਟ ਹੈ, ਅਸੀਂ ਕਿਹੜੇ ਮਹਾਂਦੀਪ ਦੇ ਵਿੱਚ ਰਹਿੰਦੇ ਹਾਂ। ਸੋ ਇੰਡੀਆ ਜੋ ਹੈ ਏਸ਼ੀਆ ਮਹਾਂਦੀਪ ਦਾ ਇੱਕ ਪਾਰਟ ਹੈ। ਐਕਚੁਅਲੀ ਅਗਰ ਅਸੀਂ ਐਗਜ਼ੈਕਟ ਲੋਕੇਸ਼ਨ ਦੀ ਗੱਲ ਕਰੀਏ ਤਾਂ ਸਾਡੀ ਐਗਜ਼ੈਕਟ ਲੋਕੇਸ਼ਨ ਹੈ ਸਾਊਥ ਏਸ਼ੀਆ, ਬਟ ਪੂਰਾ ਕੌਂਟੀਨੈਂਟ ਅਸੀਂ ਕਾਊਂਟ ਕਰੀਏ ਤਾਂ ਅਸੀਂ ਏਸ਼ੀਆ ਦੇ ਵਿੱਚ ਆਉਂਦੇ ਹਾਂ, ਅਤੇ ਐਗਜ਼ੈਕਟ ਲੋਕੇਸ਼ਨ ਅਸੀਂ ਕਾਊਂਟ ਕਰੀਏ ਤਾਂ ਸਾਊਥ ਏਸ਼ੀਆ ਦੇ ਵਿੱਚ ਆਉਂਦੇ ਹਾਂ। ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡੇ ਕੁਝ ਨੇਬਰ ਕੰਟਰੀਜ਼ ਨੇ, ਜਿਵੇਂ ਕਿ ਪਾਕਿਸਤਾਨ ਹੋ ਗਿਆ, ਨੇਪਾਲ, ਭੂਟਾਨ, ਸ਼੍ਰੀਲੰਕਾ, ਚਾਈਨਾ, ਬੰਗਲਾਦੇਸ਼ ਆਦਿ। ਸੋ ਇਹ ਨੈਕਸਟ ਸਲਾਈਡ ਦੇ ਵਿੱਚ ਅਸੀਂ ਇੰਡੀਆ ਦੇ ਬਾਰੇ ਦੇਖਾਂਗੇ। ਸੋ ਇਹ ਜੋ ਨਕਸ਼ਾ ਤੁਹਾਨੂੰ ਦਿਖ ਰਿਹਾ ਹੈ ਇਹ ਸਾਡੇ ਇੰਡੀਆ ਦਾ ਹੈ, ਜਿਹਨੂੰ ਅਸੀਂ ਸਾਰੇ ਬਹੁਤ ਪਿਆਰ ਕਰਦੇ ਹਾਂ, ਸਾਨੂੰ ਪ੍ਰਾਊਡ ਹੈ ਕਿ ਅਸੀਂ ਇੰਡੀਅਨਸ ਹਾਂ। ਸੋ ਇੰਡੀਆ ਦੀਆਂ ਟੋਟਲ ਇਸ ਟਾਈਮ 28 ਸਟੇਟਸ ਨੇ ਅਤੇ 9 ਯੂਨੀਅਨ ਟੈਰੀਟਰੀਜ਼ ਨੇ। ਸੋ ਤੁਸੀਂ ਇਸ ਸਲਾਈਡ ਦੇ ਵਿੱਚ ਆਪਣੀਆਂ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼ ਦੇਖ ਸਕਦੇ ਹੋ। ਸੋ ਨੈਕਸਟ ਹੈ ਕੈਪੀਟਲ ਆਫ ਇੰਡੀਆ, ਨਿਊ ਦਿੱਲੀ। ਸੋ ਨਿਊ ਦਿੱਲੀ ਜੋ ਹੈ ਇੰਡੀਆ ਦੀ ਉਹ ਕੈਪੀਟਲ ਹੈ। 1911 ਦੇ ਵਿੱਚ ਜਿਹੜੀ ਹੈ ਸਾਡੀ ਦਿੱਲੀ ਜਿਹੜੀ ਹੈ ਰਾਜਧਾਨੀ ਬਣੀ ਸੀ। ਸੋ ਦੇਖੋ ਜਦੋਂ ਵੀ ਅਸੀਂ ਕਿਸੇ ਨੇਸ਼ਨ ਦੀ ਗੱਲ ਕਰਦੇ ਹਾਂ, ਕਿਸੇ ਕੰਟਰੀ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਤਿੰਨ ਚੀਜ਼ਾਂ ਜਿਹੜੀਆਂ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ: ਕੰਟਰੀ ਦਾ ਨੇਮ, ਕੰਟਰੀ ਦੀ ਕੈਪੀਟਲ ਐਂਡ ਕੰਟਰੀ ਦੀ ਕਰੰਸੀ। ਸੋ ਅੱਗੇ ਜਾ ਕੇ ਅਸੀਂ ਕੰਟਰੀ ਦੀ ਜਿਹੜੀ ਹੈ ਕਰੰਸੀ ਵੀ ਪੜ੍ਹਾਂਗੇ। ਸੋ ਬੇਟਾ ਨੈਕਸਟ ਸਲਾਈਡ ਦੇਖੋ। ਮਿਸਟਰ M.K. ਗਾਂਧੀ, ਜਿਨ੍ਹਾਂ ਨੂੰ ਅਸੀਂ ਫਾਦਰ ਆਫ ਦੀ ਨੇਸ਼ਨ ਕਿਹਾ ਜਾਂਦਾ ਹੈ। ਸੋ ਇੰਡੀਆ ਦੀ ਇੰਡੀਪੈਂਡੈਂਸ ਦੇ ਵਿੱਚ ਇਹਨਾਂ ਦਾ ਬਹੁਤ ਹੀ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕੰਟਰੀਬਿਊਸ਼ਨ ਰਿਹਾ ਨੇ। ਸੋ ਇਹਨਾਂ ਨੇ ਕਾਫੀ ਜ਼ਿਆਦਾ ਸਟਰਗਲ ਕੀਤਾ ਹੈ ਇੰਡੀਆ ਦੀ ਇੰਡੀਪੈਂਡੈਂਸ ਲਈ। ਸੋ ਹੋਰ ਵੀ ਸਾਡੇ ਬਹੁਤ ਸਾਰੇ ਫਰੀਡਮ ਫਾਈਟਰਸ ਰਹੇ ਨੇ, ਬਟ ਇਹਨਾਂ ਨੂੰ ਅਸੀਂ ਐਜ਼ ਏ ਫਾਦਰ ਆਫ ਨੇਸ਼ਨ ਦੇ ਤੌਰ 'ਤੇ ਜਾਣਦੇ ਹਾਂ। ਸੋ ਕਈ ਵੇਲੇ ਤੁਹਾਨੂੰ ਨਾ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਕਨਫਿਊਜ਼ ਕਰਨ ਦੇ ਲਈ ਨਾ ਕੁਐਸਚਨ ਪਾ ਦਿੱਤਾ ਜਾਂਦਾ ਹੈ ਕਿ ਕੀ ਇਹ ਮੈਂਬਰ ਸੀਗੇ, ਕੋਈ ਸਾਡੇ ਪੋਲੀਟੀਕਲ ਲੀਡਰ ਸੀਗੇ। ਇੰਡੀਅਨ ਨੈਸ਼ਨਲ ਕਾਂਗਰਸ ਜੋ ਕਿ ਉਸ ਟਾਈਮ ਇੱਕੋ ਇੱਕ ਪੋਲੀਟੀਕਲ ਪਾਰਟੀ ਸੀ, ਹਿੰਦੂਆਂ ਦੀ ਪਾਰਟੀ ਮੋਸਟਲੀ ਉਹਨੂੰ ਬੋਲਿਆ ਜਾਂਦਾ, ਕਿਉਂਕਿ ਮੁਸਲਿਮ ਲੀਗ ਜੋ ਸੀਗੀ ਉਹ ਮੁਸਲਿਮ ਕਮਿਊਨਿਟੀ ਦੀ ਜਿਹੜੀ ਹੈ ਪਾਰਟੀ ਸੀ। ਸੋ ਇਹ ਜਿਹੜੇ ਆ ਕਿਹਾ ਜਾਂਦਾ ਹੈ ਕਿ ਇੱਦਾਂ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਸੀ, ਤਾਂ ਬੇਟਾ ਇਹ ਬਿਲਕੁਲ ਗਲਤ ਗੱਲ ਹੈ। ਇਹ ਕਦੇ ਵੀ ਜਿਹੜੇ ਆ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਨਹੀਂ ਬਣੇ। ਇਹਨਾਂ ਨੇ ਖੁਦ ਕਿਹਾ ਸੀ ਕਿ ਮੈਨੂੰ ਕੋਈ ਜਿਹੜਾ ਹੈ ਪੋਲੀਟੀਕਲ ਪੋਸਟ ਨਹੀਂ ਚਾਹੀਦੀ। ਹਾਲਾਂਕਿ ਜਿੰਨਾ ਇਹਨਾਂ ਦਾ ਪ੍ਰਭਾਵ ਸੀਗਾ, ਇਹ ਜਿਹੜੇ ਆ ਸਾਡੇ ਪ੍ਰਾਈਮ ਮਿਨਿਸਟਰ, ਸਾਡੇ ਪ੍ਰੈਜ਼ੀਡੈਂਟ ਜਿਹੜੇ ਆ ਕੁਛ ਵੀ ਜਿਹੜੇ ਆ ਬਣ ਸਕਦੇ ਸੀ, ਬਟ ਇਹਨਾਂ ਨੇ ਖੁਦ ਜਿਹੜਾ ਇਹ ਚਾਹਿਆ ਕਿ ਮੈਂ ਕੋਈ ਜਿਹੜੀ ਆ ਪੋਲੀਟੀਕਲ ਪੋਸਟ ਨਹੀਂ ਲੈਣੀ। ਸੋ ਇਟ ਮੀਨਸ ਇਹ ਸਾਡੇ ਫਰੀਡਮ ਫਾਈਟਰ ਰਹੇ ਨੇ, ਇਹ ਫਾਦਰ ਆਫ ਨੇਸ਼ਨ ਨੇ, ਇਹਨਾਂ ਨੂੰ ਮਹਾਤਮਾ ਦੀ ਉਪਾਧੀ ਮਿਲੀ ਹੈ। ਸੋ ਬਟ ਇਹ ਸਾਡੇ ਕਦੇ ਵੀ ਜਿਹੜੇ ਆ ਕੋਈ ਵੀ ਪੋਲੀਟੀਕਲ ਲੀਡਰ ਨਹੀਂ ਸੀ, ਜਾਂ ਇਹਨਾਂ ਨੇ ਕਦੀ ਵੀ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੈ ਜੁਆਇਨ ਨਹੀਂ ਕੀਤੀ। ਸੋ ਨੈਕਸਟ ਸਲਾਈਡ 'ਤੇ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਮਿਸਟਰ ਰਾਮ ਨਾਥ ਕੋਵਿੰਦ ਜੀ। ਇਹ ਸਾਡੇ ਕਈ ਵੇਲੇ ਕੰਪੀਟੀਸ਼ਨ 'ਚ ਤੁਹਾਨੂੰ ਇਹ ਪੁੱਛ ਲੈਂਦੇ ਆ ਕਿ ਮਿਸਟਰ ਰਾਮ ਨਾਥ ਕੋਵਿੰਦ ਜੀ ਕਿੰਨਵੇਂ ਨੰਬਰ ਦੇ ਜਿਹੜੇ ਆ ਦਲਿਤ ਪ੍ਰੈਜ਼ੀਡੈਂਟ ਨੇ। ਸੋ ਇਹ ਦੂਸਰੇ ਦਲਿਤ ਪ੍ਰੈਜ਼ੀਡੈਂਟ ਨੇ, ਇਹ ਗੱਲ ਯਾਦ ਰੱਖਿਓ ਤੁਸੀਂ। ਸੋ ਨੈਕਸਟ ਸਲਾਈਡ ਦੇ ਵਿੱਚ ਤੁਸੀਂ ਪ੍ਰਾਈਮ ਮਿਨਿਸਟਰ ਦੇਖਦੇ ਹੋ, ਕਿਉਂਕਿ ਸਾਡੇ ਇੱਥੇ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਹੈ। ਸੋ ਸਾਡੇ ਜਿਹੜਾ ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰ ਦੋਵੇਂ ਹੀ ਪੋਸਟਸ ਹੁੰਦੀਆਂ ਨੇ। ਸੋ ਮਿਸਟਰ ਨਰਿੰਦਰ ਦਾਮੋਦਰ ਦਾਸ ਮੋਦੀ ਜੀ ਸਾਡੇ ਇਸ ਟਾਈਮ ਦੇ ਪ੍ਰਾਈਮ ਮਿਨਿਸਟਰ ਨੇ, ਜਿਨ੍ਹਾਂ ਨੂੰ ਅਸੀਂ ਮੋਦੀ ਜੀ ਦੇ ਨਾਮ ਤੋਂ ਜਿਹੜਾ ਜਾਣਦੇ ਹਾਂ। ਸੋ ਹਾਲਾਂਕਿ ਅਸੀਂ ਸਿਰਫ ਇਹਨਾਂ ਦਾ ਨਾਮ ਨਰਿੰਦਰ ਮੋਦੀ ਜਾਣਦੇ ਹਾਂ, ਬਟ ਇਹਨਾਂ ਦਾ ਐਗਜ਼ੈਕਟ ਨਾਮ ਹੈ ਨਰਿੰਦਰ ਦਾਮੋਦਰ ਦਾਸ ਮੋਦੀ ਜੀ। ਸੋ ਸਟੂਡੈਂਟਸ ਇਹ ਵੀ ਤੁਸੀਂ ਯਾਦ ਰੱਖਿਓ ਕਿ ਦੂਸਰਾ ਜਿਹੜਾ ਇਹਨਾਂ ਦਾ ਟੈਨਿਓਰ ਹੈ, ਪਹਿਲਾ ਜਿਹੜਾ ਇਹਨਾਂ ਦਾ ਟੈਨਿਓਰ ਸੀਗਾ 2014 ਤੋਂ ਲੈ ਕੇ 19 ਤੱਕ ਸੀ, ਅਤੇ ਹੁਣ ਜਿਹੜਾ ਇਹਨਾਂ ਦਾ ਦੂਸਰਾ ਟੈਨਿਓਰ ਚੱਲ ਰਿਹਾ 2019 ਤੋਂ ਲੈ ਕੇ 2024 ਤੱਕ ਇਹ ਜਿਹੜੇ ਆ ਸਾਡੇ ਪ੍ਰਾਈਮ ਮਿਨਿਸਟਰ ਦੇ ਅਹੁਦੇ 'ਤੇ ਰਹਿਣਗੇ।
ਸੋ ਜਿਵੇਂ ਕਿ ਅਸੀਂ ਜਾਣਦੇ ਹਾਂ, ਜਦੋਂ ਅਸੀਂ ਕਿਸੇ ਵੀ ਨੇਸ਼ਨ ਦੀ ਗੱਲ ਕਰਦੇ ਹਾਂ, ਹਰੇਕ ਨੇਸ਼ਨ ਦਾ ਇੱਕ ਨੈਸ਼ਨਲ ਬੈਂਕ ਹੁੰਦਾ ਹੈ। ਸੋ ਸਾਡੇ ਨੈਸ਼ਨਲ ਬੈਂਕ ਦਾ ਨਾਮ ਹੈ ਰਿਜ਼ਰਵ ਬੈਂਕ ਆਫ ਇੰਡੀਆ, ਜਿਹਨੂੰ ਅਸੀਂ RBI ਕਹਿ ਦਿੰਦੇ ਹਾਂ। ਸੋ ਇਹ ਸਟੂਡੈਂਟ ਸਾਡਾ RBI ਹੈ ਅਤੇ ਇਹਦਾ ਲੋਗੋ ਹੈ। ਇੱਕ ਵਾਰੀ ਦੇਖ ਲਿਓ, ਕਈ ਵਾਰੀ ਲੋਗੋ 'ਤੇ ਕੁਐਸਚਨ ਪੁੱਛ ਲੈਂਦੇ ਆ ਕਿ ਵਿੱਚ ਕਿਆ ਬਣਿਆ ਹੋਇਆ। ਸੋ ਵਿੱਚ ਟਾਈਗਰ ਔਰ ਇੱਕ ਦਰਖਤ ਬਣਿਆ ਹੋਇਆ, ਟਰੀ ਬਣੀ ਹੋਈ ਹੈ, ਔਰ ਨਾਲ ਲਿਖਿਆ ਹੋਇਆ ਹੈ ਰਿਜ਼ਰਵ ਬੈਂਕ ਆਫ ਇੰਡੀਆ, ਹਿੰਦੀ ਔਰ ਇੰਗਲਿਸ਼ ਦੋਵਾਂ ਦੇ ਵਿੱਚ। ਸੋ ਨੈਕਸਟ, ਜਿਵੇਂ ਕਿ ਅਸੀਂ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਹੈੱਡ ਕਰਨ ਦੇ ਲਈ ਇੱਕ ਹੈੱਡ ਚਾਹੀਦਾ ਹੈ। ਸੋ ਇਵੇਂ RBI ਨੂੰ ਹੈੱਡ ਕਰਨ ਦੇ ਲਈ ਗਵਰਨਰ ਚਾਹੀਦੇ ਨੇ, ਜਿਹਨੂੰ ਅਸੀਂ ਗਵਰਨਰ ਆਫ ਇੰਡੀਆ ਪੋਸਟ ਕਹਿੰਦੇ ਹਾਂ। ਤੁਸੀਂ ਅਕਸਰ ਦੇਖਦੇ ਹੋਣੇ ਆ 2000 ਰੁਪਏ ਦਾ ਨੋਟ, 500 ਰੁਪਏ ਦੇ ਨੋਟ 'ਤੇ ਇਹਨਾਂ ਦੇ ਜਿਹੜੇ ਸਿਗਨੇਚਰ ਹੁੰਦੇ ਨੇ, ਮਿਸਟਰ ਸ਼ਕਤੀਕਾਂਤ ਦਾਸ ਇਹਨਾਂ ਦਾ ਨਾਮ ਹੈ। ਸੋ ਕਾਫੀ ਵਾਰੀ ਕੰਪੀਟੀਸ਼ਨ 'ਚ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਗਵਰਨਰ ਕੌਣ ਨੇ। ਗਵਰਨਰ ਦੇਖੋ, ਦੋ ਬਹੁਤ ਇੰਪੋਰਟੈਂਟ ਤੁਹਾਨੂੰ ਕੁਐਸਚਨਸ ਆ ਸਕਦੇ ਆ। ਇੱਕ ਤਾਂ ਜਿਸ ਸਟੇਟ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਵੇਂ ਪੰਜਾਬ ਦਾ ਕੋਈ ਵੀ ਕੰਪੀਟੀਟਿਵ ਐਗਜ਼ਾਮ ਹੈ ਤਾਂ ਪੰਜਾਬ ਦਾ ਗਵਰਨਰ ਪੁੱਛਿਆ ਜਿਹੜਾ ਹੈ ਜਾ ਸਕਦਾ ਹੈ ਤੁਹਾਨੂੰ, ਜਿਵੇਂ ਕਿ ਉਹਨਾਂ ਦਾ ਨਾਮ ਕੀ ਹੈ, BP ਸਿੰਘ ਬਦਨੌਰ, ਮਿਸਟਰ BP ਸਿੰਘ ਬਦਨੌਰ। ਸੋ ਦੂਸਰਾ ਤੁਹਾਨੂੰ ਪੁੱਛ ਸਕਦੇ ਆ, ਦੂਸਰਾ ਗਵਰਨਰ ਕੌਣ ਹੁੰਦਾ, RBI ਦਾ ਗਵਰਨਰ। ਸੋ RBI ਦੇ ਗਵਰਨਰ ਦਾ ਨਾਮ ਕੀ ਹੈ, ਮਿਸਟਰ ਸ਼ਕਤੀਕਾਂਤ ਦਾਸ। ਸੋ ਨੈਕਸਟ ਜੋ ਪਰਸਨ ਨੇ, ਇਹ ਮੋਸਟ ਇੰਪੋਰਟੈਂਟ ਪਰਸਨ ਨੇ। ਕਾਫੀ ਵਾਰੀ ਇਹਨਾਂ ਦੇ ਬਾਰੇ ਕੰਪੀਟੀਸ਼ਨ ਦੇ ਵਿੱਚ ਪੁੱਛਿਆ ਜਾਂਦਾ ਹੈ। ਕਿਉਂਕਿ ਸਾਡੇ ਚੀਫ ਜਸਟਿਸ ਆਫ ਇੰਡੀਆ ਨੇ, ਭਾਰਤ ਦੇ ਮੁੱਖ ਜੱਜ ਤੁਸੀਂ ਕਹਿ ਸਕਦੇ ਹੋ, ਸੁਪਰੀਮ ਕੋਰਟ ਦੇ ਮੁੱਖ ਜੱਜ। ਸੋ ਇਹ ਲੇਟੈਸਟ ਹੀ ਬਣੇ ਨੇ, ਹੁਣੇ April ਦੇ ਵਿੱਚ 2021 'ਚ ਇਹਨਾਂ ਦਾ ਜਿਹੜਾ ਆ ਮਤਲਬ ਇਹ ਨੈਕਸਟ ਅਹੁਦੇ 'ਤੇ ਆਏ ਨੇ। ਸੋ ਇਹਨਾਂ ਤੋਂ ਪਹਿਲਾਂ ਜਿਹੜਾ ਕੋਈ ਹੋਰ ਜਿਹੜੇ ਆ ਕਹਿ ਸਕਦੇ ਹੋ ਚੀਫ ਜਸਟਿਸ ਆਫ ਇੰਡੀਆ ਜਿਹੜੇ ਸੀਗੇ, ਮਿਸਟਰ ਸ਼ਰਦ ਅਰਵਿੰਦ ਬੋਬੜੇ ਸੀ ਇਹਨਾਂ ਤੋਂ ਪਹਿਲਾਂ। ਅਤੇ ਬਟ ਹੁਣ ਤੁਸੀਂ ਇਹਨਾਂ ਦਾ ਨਾਮ ਯਾਦ ਰੱਖਣਾ, ਕਿਉਂਕਿ ਪ੍ਰੈਜ਼ੈਂਟ ਟਾਈਮ ਦਾ ਹੀ ਪੁੱਛਦੇ ਨੇ। ਮਿਸਟਰ NV ਰਮਾਨਾ ਇਹਨਾਂ ਦਾ ਨਾਮ ਹੈ। ਐਕਚੁਅਲੀ ਇਹਨਾਂ ਦਾ ਨਾਮ ਕਾਫੀ ਬੜਾ ਹੈ, ਸੋ ਇੰਨਾ ਅਗਰ ਤੁਸੀਂ ਨਹੀਂ ਵੀ ਯਾਦ ਰੱਖ ਸਕਦੇ, ਸੋ ਅਸੀਂ ਇੱਕ ਟ੍ਰਿਕੀ ਨਾਮ ਯਾਦ ਰੱਖਣਾ ਹੁੰਦਾ। ਸੋ ਇਹਨਾਂ ਦਾ ਸਰਨੇਮ ਤੁਸੀਂ ਯਾਦ ਰੱਖ ਸਕਦੇ ਹੋ, ਮਿਸਟਰ ਰਮਾਨਾ, NV ਰਮਾਨਾ ਇਹਨਾਂ ਦਾ ਨੇਮ ਹੈ। ਸੋ ਸਟੂਡੈਂਟਸ, ਨੈਕਸਟ ਸਲਾਈਡ ਤੁਸੀਂ ਦੇਖਦੇ ਹੋ, ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ। ਇਹ ਸਾਡੇ ਨੇ ਇਸ ਟਾਈਮ ਮਿਸਟਰ ਸੁਸ਼ੀਲ ਚੰਦਰਾ। ਬਹੁਤ ਇਤਫਾਕ ਦੀ ਗੱਲ ਹੈ ਕਿ ਇਹਨਾਂ ਤੋਂ ਪਹਿਲਾਂ ਜਿਹੜੇ ਹੋਏ ਨੇ ਉਹ ਸੀਗੇ ਮਿਸਟਰ ਸੁਨੀਲ ਅਰੋੜਾ, ਅਤੇ ਇਹਨਾਂ ਦਾ ਨਾਮ ਥੋੜ੍ਹਾ ਨਾਲ ਹੀ ਦੇਖ ਲਓ ਮਿਲਦਾ ਹੈ, ਮਿਸਟਰ ਸੁਸ਼ੀਲ ਚੰਦਰਾ। ਸੋ ਜੋ ਨੈਕਸਟ ਪਰਸਨ ਨੇ, ਇਹਨਾਂ ਨੇ ਇੰਡੀਆ ਦੀ ਪ੍ਰੋਗਰੈਸ ਦੇ ਵਿੱਚ ਬਹੁਤ ਜ਼ਿਆਦਾ ਕਹਿ ਲਓ ਕੰਟਰੀਬਿਊਟ ਕੀਤਾ ਹੈ। ਸੋ ਇਸਰੋ ਦਾ ਅਸੀਂ ਨਾਮ ਸੁਣਦੇ ਹੋ, ਜਿਵੇਂ ਅਸੀਂ ਸਪੇਸ ਏਜੰਸੀਜ਼ ਦੀ ਗੱਲ ਕਰਦੇ ਹਾਂ, ਜਿਵੇਂ ਨਾਸਾ ਕਿਹਦੀ ਸਪੇਸ ਏਜੰਸੀ ਹੈ, ਅਮਰੀਕਾ ਦੀ। ਹੋਰ ਜਿਹੜੀਆਂ ਵਰਲਡ 'ਤੇ ਕਾਫੀ ਏਜੰਸੀਜ਼ ਜਿਹੜੀਆਂ ਆ ਸਪੇਸ ਏਜੰਸੀਜ਼ ਫੇਮਸ ਨੇ। ਸੋ ਸਾਡੀ ਜਿਹੜੀ ਹੈ ਇਸਰੋ ਹੈ। ਸੋ ਇਸਰੋ ਦੀ ਫੁੱਲ ਫੋਰਮ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਸੋ ਇਹਨਾਂ ਨੂੰ ਜੋ ਇਸ ਟਾਈਮ ਚੇਅਰਪਰਸਨ ਕਰ ਰਹੇ ਨੇ, ਮਤਲਬ ਹੈੱਡ ਕਰ ਰਹੇ ਨੇ, ਉਹ ਹੈਗੇ ਨੇ ਮਿਸਟਰ K ਸਿਵਾਨ। ਸੋ ਇਹ ਸਾਡੇ ਲਈ ਬਹੁਤ ਪ੍ਰਾਊਡ ਦੀ ਗੱਲ ਹੈ ਕਿ ਇੰਡੀਆ ਨੇ ਚੰਨ 'ਤੇ ਪਹਿਲੀ ਵਾਰੀ ਪਾਣੀ ਅਸੀਂ ਲੱਭਿਆ ਸੀ। ਸੋ ਇੰਡੀਆ ਅੱਜ ਜਿਹੜਾ ਆ ਮੰਗਲ ਗ੍ਰਹਿ ਤੱਕ ਪਹੁੰਚ ਚੁੱਕਾ ਹੈ। ਸੋ ਇਹ ਸਾਰਾ ਇਸਰੋ ਦੀ ਬਦੌਲਤ, ਔਰ ਇਹਨਾਂ ਦੇ ਵਿੱਚ ਜਿੰਨੇ ਵੀ ਸਾਡੇ ਕਹਿ ਸਕਦੇ ਹੋ ਸਾਇੰਟਿਸਟ ਆਏ ਨੇ, ਹੁਣ ਇਸ ਟਾਈਮ ਮਿਸਟਰ K ਸਿਵਾਨ ਜੋ ਹੈ ਚੇਅਰਪਰਸਨ ਨੇ। ਸੋ ਇਹਨਾਂ ਸਾਰਿਆਂ ਦਾ ਬਹੁਤ ਯੋਗਦਾਨ ਹੈ। ਸੋ ਅਸੀਂ ਇਹਨਾਂ ਸਭ ਪਰਸਨਸ ਦੀ ਜੋ ਵੀ ਅੱਗੇ ਸਲਾਈਡਸ ਆਉਣੇ ਨੇ ਜਾਂ ਪਿੱਛੇ ਜਾ ਚੁੱਕੇ ਨੇ, ਅਸੀਂ ਇਹਨਾਂ ਦੀ ਬਹੁਤ ਰਿਸਪੈਕਟ ਕਰਦੇ ਹਾਂ, ਕਿਉਂਕਿ ਇੰਡੀਆ ਦੀ ਇੰਡੀਪੈਂਡੈਂਸ ਦੇ ਵਿੱਚ ਜਾਂ ਇੰਡੀਆ ਨੂੰ ਇੱਕ ਪੀਕ ਲੈਵਲ ਤੱਕ ਪ੍ਰੋਗਰੈਸ 'ਤੇ ਪਹੁੰਚਾਉਣ ਦੇ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਹੈ। ਸੋ ਨੈਕਸਟ ਦੇਖੋ, ਕਰੰਸੀ ਆਫ ਇੰਡੀਆ। ਸਾਨੂੰ ਸਾਰਿਆਂ ਨੂੰ ਪਤਾ ਹੈ ਇੰਡੀਅਨ ਰੁਪੀ ਜੋ ਹੈ ਸਾਡੀ ਕਰੰਸੀ ਹੈ। ਨੈਸ਼ਨਲ ਬਰਡ ਆਫ ਇੰਡੀਆ, ਇੰਡੀਅਨ ਪੀਕੌਕ, ਮੋਰ ਜਿਹਨੂੰ ਅਸੀਂ ਕਹਿੰਦੇ ਹਾਂ, ਬਹੁਤ ਹੀ ਪਿਆਰਾ, ਸਾਰੇ ਹੀ ਜਾਨਵਰਾਂ ਦੇ ਵਿੱਚੋਂ ਖੂਬਸੂਰਤ ਜਾਨਵਰ ਜੋ ਹੈ ਉਹ ਹੈ ਮੋਰ। ਉਹ ਸਾਡਾ ਜੋ ਹੈ ਨੈਸ਼ਨਲ ਬਰਡ ਹੈ। ਸੋ ਨੈਸ਼ਨਲ ਫਲਾਵਰ ਆਫ ਇੰਡੀਆ, ਲੋਟਸ, ਕਮਲ ਦਾ ਫੁੱਲ, ਇਹ ਸਾਡੇ ਨੈਸ਼ਨਲ ਫਲਾਵਰ ਨੇ। ਨੈਸ਼ਨਲ ਫਰੂਟ ਆਫ ਇੰਡੀਆ, ਮੈਂਗੋ। ਸੋ ਆਈ ਹੋਪ ਤੁਹਾਨੂੰ ਕਈਆਂ ਨੂੰ ਜਿਹੜਾ ਹੈ ਮੈਂਗੋ ਪਸੰਦ ਹੋਣਾ ਹੈ। ਮੈਨੂੰ ਤਾਂ ਬਹੁਤ ਮੈਂਗੋ ਪਸੰਦ ਹੈ। ਸੋ ਜਦੋਂ ਵੀ ਮੈਂਗੋ ਸਾਡੇ ਸਾਹਮਣੇ ਆਵੇ ਤਾਂ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਨੈਸ਼ਨਲ ਜੋ ਹੈ ਫਰੂਟ ਹੈ। ਸੋ ਕਈ ਵਾਰ ਕੰਪੀਟੀਸ਼ਨ ਦੇ ਵਿੱਚ ਵੀ ਪੁੱਛ ਲੈਂਦੇ ਨੇ, ਬਟ ਇੱਦਾਂ ਦੀ ਚੀਜ਼ ਕੰਪੀਟੀਸ਼ਨ ਦੇ ਹਿਸਾਬ ਨਾਲ ਅਗਰ ਅਸੀਂ ਨਾ ਵੀ ਕਰੀਏ, ਸਿਰਫ ਖਾਣੇ ਦੇ ਹਿਸਾਬ ਨਾਲ ਯਾਦ ਕਰ ਲਈਏ ਤਾਂ ਇਹ ਵੀ ਬਹੁਤ ਜਿਹੜੀ ਆ ਵਧੀਆ ਗੱਲ ਹੈ। ਸੋ ਹਮੇਸ਼ਾ ਯਾਦ ਰੱਖਿਓ ਸਾਡਾ ਨੈਸ਼ਨਲ ਫਰੂਟ ਹੈ ਮੈਂਗੋ। ਨੈਸ਼ਨਲ ਟਰੀ ਆਫ ਇੰਡੀਆ। ਸੋ ਸਾਡਾ ਜੋ ਨੈਸ਼ਨਲ ਟਰੀ ਹੈ ਉਹ ਹੈ ਬਨੀਅਨ ਟਰੀ, ਅਸੀਂ ਕਹਿ ਸਕਦੇ ਹਾਂ ਪੰਜਾਬੀ 'ਚ। ਤੁਸੀਂ ਪਿੰਡਾਂ 'ਚ ਬਹੁਤ ਦੇਖਿਆ ਹੋਣਾ ਬੋਹੜ ਦਾ ਦਰਖਤ, ਜਿੱਥੇ ਆਲੇ ਦੁਆਲੇ ਇੱਕ ਥੜਾ ਬਣ ਜਾਂਦਾ ਹੈ, ਜਿੱਥੇ ਪਿੰਡ ਦੇ ਬਜ਼ੁਰਗ ਲੋਕ ਜਾ ਕੇ ਬਹਿੰਦੇ ਨੇ, ਉਹ ਸਾਡਾ ਜੋ ਹੈ ਨੈਸ਼ਨਲ ਟਰੀ ਹੈ। ਆਲਮੋਸਟ ਹਰ ਇੱਕ ਪਿੰਡ ਦੇ ਵਿੱਚ ਹੁੰਦਾ ਹੈ। ਸੋ ਤੁਸੀਂ ਇਹਨਾਂ ਨੂੰ ਬਹੁਤ ਵਾਰੀ ਜਿਹੜਾ ਆ ਸਾਡੇ ਨੈਸ਼ਨਲ ਟਰੀ ਨੂੰ ਦੇਖਿਆ ਹੋਣਾ ਹੈ। ਸੋ ਨੈਸ਼ਨਲ ਐਂਥਮ ਆਫ ਇੰਡੀਆ,
ਅਸੀਂ ਹਰ ਵਾਰ ਪ੍ਰੇਅਰ 'ਚ ਕਰਦੇ ਹਾਂ। ਤੁਸੀਂ ਕਿਸੇ ਵੀ ਸਕੂਲ 'ਚ ਚਲੇ ਜਾਓ, ਜਨ ਗਣ ਮਨ ਦੇ ਨਾਲ ਹੀ ਜਿਹੜੀ ਆ ਪ੍ਰੇਅਰ ਤੋਂ ਬਾਅਦ ਜਿਹੜਾ ਹੈ ਜਨ ਗਣ ਮਨ ਅਸੀਂ ਕਰਦੇ ਹਾਂ। ਸੋ ਇਹਨਾਂ ਨੂੰ ਜਿਹੜਾ ਲਿਖਿਆ ਸੀ ਗੁਰੂਦੇਵ ਰਵਿੰਦਰ ਟੈਗੋਰ ਕਹਿੰਦੇ ਹਾਂ ਅਸੀਂ ਉਹਨਾਂ ਨੂੰ। ਅਤੇ ਉਹਨਾਂ ਨੇ ਪਹਿਲਾਂ ਜਿਹੜਾ ਇਹ ਬੰਗਾਲੀ ਦੇ ਵਿੱਚ ਲਿਖਿਆ ਸੀ, ਬਾਅਦ ਵਿੱਚ ਜਿਹੜਾ ਆ ਚੇਂਜ ਹੋ ਗਿਆ ਸੀ ਹਿੰਦੀ ਦੇ ਵਿੱਚ। ਸੋ ਨੈਸ਼ਨਲ ਐਂਥਮ ਹਮੇਸ਼ਾ ਯਾਦ ਰੱਖਿਓ ਆਪਣਾ। ਸੋ ਨੈਸ਼ਨਲ ਸੌਂਗ ਆਫ ਇੰਡੀਆ ਬੰਦੇ ਮਾਤਰਮ ਬੰਕਿਮ ਚੰਦਰ ਚੈਟਰਜੀ ਨੇ ਜਿਹੜਾ ਇਹਨਾਂ ਨੂੰ ਲਿਖਿਆ ਸੀ। ਸੋ ਇਹ ਵੀ ਯਾਦ ਰੱਖ ਲਿਓ। ਲਾਰਜੈਸਟ ਸਿਟੀ ਆਫ ਇੰਡੀਆ, ਇੰਡੀਆ ਦੀ ਲਾਰਜੈਸਟ ਸਿਟੀ ਕਿਹੜੀ ਹੈ? ਮੁੰਬਈ। ਠੀਕ ਹੈ। ਸੋ ਇਹਨੂੰ ਅਸੀਂ ਫਾਈਨੈਂਸ਼ੀਅਲ ਕੈਪੀਟਲ ਵੀ ਕਹਿ ਦਿੰਦੇ ਹਾਂ। ਸਟਾਕ ਮਾਰਕੀਟ, ਕਾਫੀ ਤੁਸੀਂ ਨਾਮ ਸੁਣਿਆ ਸਟਾਕ ਮਾਰਕੀਟ, ਜਿੰਨੇ ਵੀ ਸ਼ੇਅਰ ਬਾਜ਼ਾਰ ਦਾ ਕੰਮ ਹੁੰਦਾ ਹੈ ਮੁੰਬਈ ਦੇ ਵਿੱਚ ਹੀ ਜ਼ਿਆਦਾ ਹੁੰਦਾ ਹੈ। ਸੋ ਲਾਰਜੈਸਟ ਡੈਮੋਕ੍ਰੇਸੀ ਆਫ ਦੀ ਵਰਲਡ, ਦੇਖੋ ਇਹ ਬਹੁਤ ਕਹਿ ਸਕਦੇ ਹੋ ਸਾਡੇ ਲਈ ਪ੍ਰਾਊਡ ਦੀ ਗੱਲ ਹੈ। ਇੰਡੀਆ ਇਜ਼ ਅ ਡੈਮੋਕ੍ਰੇਟਿਕ ਕੰਟਰੀ ਜਦੋਂ ਅਸੀਂ ਕਹਿੰਦੇ ਹਾਂ, ਬਟ ਜਦੋਂ ਅਸੀਂ ਲਾਰਜੈਸਟ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਸਾਨੂੰ ਸੀਰੀਅਸਲੀ ਬਹੁਤ ਪ੍ਰਾਊਡ ਹੋਣਾ ਚਾਹੀਦਾ ਹੈ ਕਿ ਡੈਮੋਕ੍ਰੇਸੀ ਬਹੁਤ ਜਗ੍ਹਾ ਹੈ। ਤੁਸੀਂ ਅਮੈਰੀਕਾ ਦੀ ਐਗਜ਼ਾਮਪਲ ਲੈ ਸਕਦੇ ਹੋ, ਕੈਨੇਡਾ ਦੀ ਲੈ ਸਕਦੇ ਹੋ, ਜਾਂ ਅਦਰ ਕੁਛ ਵੀ ਜਿਹੜੀਆਂ, ਕਿਉਂਕਿ ਡੈਮੋਕ੍ਰੇਸੀ ਅੱਜ ਦੇ ਟਾਈਮ ਦੇ ਵਿੱਚ ਡੈਮੋਕ੍ਰੇਸੀ ਨੂੰ ਬੈਸਟ ਫਾਰਮ ਆਫ ਗਵਰਨਮੈਂਟ ਮੰਨਿਆ ਜਾਂਦਾ ਹੈ। ਬਟ ਸਾਡੇ ਲਈ ਇਹ ਤਾਂ ਪ੍ਰਾਊਡ ਦੀ ਗੱਲ ਹੈ ਕਿ ਦੁਨੀਆ ਦੇ ਵਿੱਚ ਜਿਹੜੀ ਆ ਸਭ ਤੋਂ ਵੱਡੀ ਡੈਮੋਕ੍ਰੇਸੀ ਸਾਡੀ ਹੈ। ਆਫਟਰ 5 ਇਅਰਸ ਅਸੀਂ ਇਲੈਕਸ਼ਨ ਕੰਡਕਟ ਕਰਵਾਉਂਦੇ ਹਾਂ ਔਰ ਹਰ ਇੱਕ ਵਿਅਕਤੀ ਜੋ 18 ਸਾਲ ਦਾ ਹੋ ਜਾਂਦਾ ਹੈ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਉਹਨੂੰ ਰਾਈਟ ਟੂ ਵੋਟ ਮਿਲਦਾ ਹੈ। ਉਹਨੂੰ ਜਿਹੜੀ ਪੋਲੀਟੀਕਲ ਪਾਰਟੀ ਪਸੰਦ ਹੈ, ਜਿਹਨੂੰ ਦੇਖ ਕੇ ਉਹਨੂੰ ਲੱਗਦਾ ਹੈ ਕਿ ਇਹ ਪਾਰਟੀ ਜਿਹੜੀ ਹੈ ਸਾਡੇ ਇੰਟਰਸਟ ਦੀ ਰੱਖਿਆ ਕਰ ਸਕਦੀ ਹੈ ਇੱਕ ਤਰੀਕੇ ਨਾਲ, ਤਾਂ ਉਹਨੂੰ ਜਿਹੜਾ ਹੈ ਉਹਨੂੰ ਵੋਟ ਪਾਉਂਦੇ ਨੇ। ਸੋ ਸਾਡੇ ਲਈ ਬਹੁਤ ਬੜੀ ਗੱਲ ਹੈ। ਅਸੀਂ ਅਗਰ UNO ਦੇ ਵਿੱਚ ਪਰਮਾਨੈਂਟ ਸੀਟ ਦੀ ਮੰਗ ਕਰਦੇ ਹਾਂ ਤਾਂ ਅਸੀਂ ਉੱਥੇ ਐਗਜ਼ਾਮਪਲ ਦਿੰਦੇ ਹਾਂ ਕਿ ਇੰਡੀਆ ਜੋ ਕਿ ਪਾਪੂਲੇਸ਼ਨ ਵਾਈਜ਼ ਅਸੀਂ 2nd ਨੰਬਰ 'ਤੇ ਆਉਂਦੇ ਹਾਂ, ਇੱਕ ਦੁਨੀਆ ਦਾ ਹਰੇਕ 5 ਇਅਰਸ ਬਾਅਦ ਜਿਹੜਾ ਆ ਬਹੁਤ ਬੜੀ ਡੈਮੋਕ੍ਰੇਸੀ, ਇਹਨੂੰ ਵੀ ਇੱਕ ਤਿਉਹਾਰ ਦੇ ਤੌਰ 'ਤੇ ਹੀ ਮਨਾਇਆ ਜਾਂਦਾ ਹੈ, ਫੈਸਟੀਵਲ ਹੀ ਹੈ ਕਿ ਇੱਕ ਬਹੁਤ ਬੜੇ ਲੈਵਲ 'ਤੇ ਕੰਡਕਟ ਕਰਵਾਉਣਾ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਕਰਵਾਉਂਦਾ ਹੈ। ਸੋ ਇਹ ਬਹੁਤ ਪ੍ਰਾਊਡ ਵਾਲੀ ਗੱਲ ਹੈ ਕਿ ਅਸੀਂ ਇੱਕ ਡੈਮੋਕ੍ਰੇਟਿਕ ਕੰਟਰੀ ਦੇ ਜੋ ਹੈ ਨੇਟਿਵ ਹਾਂ। ਸੋ ਸਟੂਡੈਂਟਸ ਅੱਜ ਦੇ ਲਈ ਇੰਨਾ ਹੀ। ਸੋ ਥੈਂਕ ਯੂ ਸੋ ਮਚ ਫॉर योर ਲਵ, ਸਪੋਰਟ ਐਂਡ ਇਨਕਰੇਜਮੈਂਟ ਗਾਈਜ਼। ਅਗਰ ਤੁਹਾਨੂੰ ਮੇਰੀ ਇਹ ਮਿਹਨਤ ਪਸੰਦ ਆਉਂਦੀ ਹੈ ਤਾਂ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰੋ ਔਰ ਬੈਲ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਨੈਕਸਟ ਤੁਹਾਨੂੰ ਕੋਈ ਵੀ ਨੋਟੀਫਿਕੇਸ਼ਨ ਜਿਹੜੀ ਆ ਮਿਲ ਸਕੇ ਜਿੱਦਾਂ ਹੀ ਮੈਂ ਤੁਹਾਨੂੰ ਕੋਈ ਵੀ ਵੀਡੀਓ ਜਿਹੜੀ ਆ ਅਪਲੋਡ ਕਰਦੀ ਹਾਂ। ਥੈਂਕ ਯੂ ਸੋ ਮਚ।